ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਜੋ ਕਿਸਾਨਾਂ ਦੇ ਜੋ ਬਿੱਲ ਪਾਸ ਹੋਏ ਨੇ ਨਵੇਂ ਐਗਰੀਕਲਚਰ ਬਿੱਲ, ਉਹਨਾਂ ਦੇ ਸਿਲਸਿਲੇ ਦੇ ਵਿੱਚ ਲਾਈਵ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਤੇ ਉਸ ਦੇ ਰਿਗਾਰਡਿੰਗ ਮੇਰੇ ਕੁਝ ਵਿਚਾਰ ਨੇ ਤੇ ਉਹ ਸਾਰਿਆਂ ਨਾਲ ਮੈਂ ਸਾਂਝੇ ਕਰਨਾ ਚਾਹੁੰਦਾ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਪਿਛਲੇ 4 ਮਹੀਨਿਆਂ ਤੋਂ ਸਾਰੇ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਕਿਸਾਨ ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਤੇ ਪਹਿਲਾਂ ਪੰਜਾਬ ਦੇ ਟੋਲ ਬੰਦ ਨੇ, ਹੁਣ ਦਿੱਲੀ ਨੂੰ ਵੀ ਘੇਰ ਲਿਆ ਗਿਆ ਤੇ ਇਸ ਦੇ ਬਾਰੇ ਮੇਰੇ ਮਨ ਦੇ ਵਿੱਚ ਕੁਝ ਸਵਾਲ ਪੈਦਾ ਹੋਏ ਕਿ ਹਜੇ ਤੱਕ ਪੰਜਾਬ ਦੇ ਵਿੱਚ ਐਨੇ ਪ੍ਰੋਟੈਸਟ ਹੋਣ ਦੇ ਬਾਵਜੂਦ ਵੀ ਕਿਸੇ ਵੀ ਜਥੇਬੰਦੀ ਦੇ ਪ੍ਰਧਾਨ ਨੇ, ਆਗੂ ਨੇ ਇਹ ਬਿੱਲਾਂ ਨੂੰ ਪੜ੍ਹ ਕੇ ਨਹੀਂ ਸੁਣਾਇਆ। ਇਸ ਬਿੱਲਾਂ ਦੇ ਨਾਮ ਵੀ ਮੈਨੂੰ ਲੱਗਦਾ ਹਜੇ ਤੱਕ 60 ਤੋਂ 70% ਲੋਕਾਂ ਨੂੰ ਪ੍ਰੋਪਰਲੀ ਪਤਾ ਨਹੀਂ ਹੋਣਗੇ। ਇਸ ਦੇ ਬਾਰੇ ਜਾਗਰੂਕਤਾ ਨਹੀਂ ਦਿੱਤੀ ਗਈ ਕਿ ਤੁਸੀਂ ਕਿਉਂ ਇਸ ਦਾ ਵਿਰੋਧ ਕਰ ਰਹੇ ਹੋ, ਕਿਸ ਲਈ ਵਿਰੋਧ ਕਰ ਰਹੇ ਹੋ, ਉਸ ਦੇ ਬਾਰੇ ਨਹੀਂ। ਇੱਥੇ ਜੋ ਮੁੱਦੇ ਡਿਸਕਸ ਹੁੰਦੇ ਰਹੇ ਉਹ ਹੋਰ ਹੀ ਗੱਲਾਂ ਹੁੰਦੀਆਂ ਰਹੀਆਂ। ਇਹਨਾਂ ਨੂੰ ਕਾਲੇ ਕਾਨੂੰਨ ਨਾਮ ਦੇ ਦਿੱਤਾ ਗਿਆ ਤੇ 4 ਮਹੀਨਿਆਂ ਤੋਂ ਉਸ ਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਆੜ ਦੇ ਵਿੱਚ ਵਿਰੋਧ ਦੇ ਵਿੱਚ ਆਉਂਦੀਆਂ ਰਹੀਆਂ, ਜੋ ਕਿ ਆਪਾਂ ਸਮੇਂ-ਸਮੇਂ ਤੇ ਮੀਡੀਆ ਦੇ ਵਿੱਚ ਦੇਖਿਆ ਹੀ ਹੈ। ਹੁਣ ਜਦੋਂ ਨੈਸ਼ਨਲ ਮੀਡੀਆ ਨੇ ਇਸ ਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਬਿੱਲਾਂ ਦੇ ਵਿੱਚ ਇਹ ਲਿਖਿਆ ਹੈ, ਬਿੱਲਾਂ ਦੇ ਵਿੱਚ ਇਹ ਗੱਲ ਹੈ, ਇਸ ਤਰੀਕੇ ਨਾਲ ਹੈਗਾ, ਇਸ ਦੇ ਵਿੱਚ ਕਿਸਾਨ ਹਿਤੈਸ਼ੀ ਨੇ, ਇਹ 'ਚ ਕਿਸਾਨਾਂ ਨੂੰ ਫਾਇਦਾ ਹੈ, ਇਨਕਮ ਇਨਕਰੀਜ਼ ਹੋਊਗੀ, ਜੋ ਵੀ ਉਹ ਇਸ ਦੇ ਵਿੱਚ ਲਿਖਿਆ ਉਸ ਨੂੰ ਪ੍ਰੋਪਰਲੀ ਦੱਸ ਰਹੇ ਨੇ ਬਿੱਲਾਂ ਦੇ ਅਕੋਰਡਿੰਗ। ਤਾਂ ਹੁਣ ਜੋ ਕਿਸਾਨ ਜਥੇਬੰਦੀਆਂ ਦੇ ਕੁਝ ਲੋਕ ਇਹਨਾਂ ਦੇ ਬਾਰੇ ਬੋਲਣਾ ਸ਼ੁਰੂ ਹੋਏ ਨੇ ਤੇ ਜਿਵੇਂ ਕਿ ਹੁਣ ਕਾਫੀ ਮੀਟਿੰਗਾਂ ਹੋ ਗਈਆਂ ਤੇ ਪਹਿਲਾਂ ਵੀ ਇਹ ਮੀਟਿੰਗਾਂ ਤੇ ਜਾਂਦੇ ਰਹੇ ਆ ਤੇ ਹਮੇਸ਼ਾ ਉਹਨਾਂ ਨੇ ਇਸ ਬਿੱਲਾਂ ਬਾਰੇ ਐਕਸਪਲੇਨ ਕੀਤਾ, ਪਰ ਕਿਉਂ ਹਜੇ ਤੱਕ ਕਿਸੇ ਵੀ ਕਿਸਾਨ ਜਥੇਬੰਦੀਆਂ ਨੇ ਇਹਦੇ ਕੋਈ ਡਰਾਫਟ ਕਿਉਂ ਨਹੀਂ ਪੇਸ਼ ਕੀਤੇ? ਹਜੇ ਤੱਕ ਇਹ ਗੱਲ ਚੱਲ ਰਹੀ ਹੈ ਕਿ ਇਹਨਾਂ ਬਿੱਲਾਂ ਦੇ ਲਈ ਤੁਸੀਂ ਪੁਆਇੰਟ ਵਾਈਜ਼ ਸਾਡੇ ਕੋਲ ਡਿਸਕਸ਼ਨ ਲੈ ਕੇ ਆਓ ਕਿ ਪਿਛਲੇ 4 ਮਹੀਨਿਆਂ ਤੋਂ ਆਪਾਂ ਕੀ ਕਰ ਰਹੇ ਸੀ। ਇੱਕ ਚੀਜ਼ ਦਾ ਤਾਂ ਆਪਾਂ ਇਹ ਦਾਅਵਾ ਕਰ ਰਹੇ ਹਾਂ ਕਿ ਅਸੀਂ ਬਹੁਤ ਹੀ ਐਜੂਕੇਟਡ ਹੈ, ਅਸੀਂ ਬਹੁਤ ਸਮਝਦਾਰ ਹੈ, ਪੰਜਾਬ ਦਾ ਕਿਸਾਨ ਬਹੁਤ ਸਮਝਦਾਰ ਹੈ, ਪੂਰੇ ਦੇਸ਼ ਦਾ ਕਿਸਾਨ ਬਹੁਤ ਸਮਝਦਾਰ ਹੈ, ਇਸ 'ਚ ਕੋਈ ਦੁਹਰਾਈ ਵੀ ਨਹੀਂ ਕਿ ਸਮਝਦਾਰ ਹੈ। ਪਰ ਪਿਛਲੇ 4 ਮਹੀਨਿਆਂ ਤੋਂ ਆਪਾਂ ਪ੍ਰੋਟੈਸਟ ਕਰ ਰਹੇ ਸੀ ਤਾਂ ਆਪਾਂ ਤਿਆਰੀ ਕੀ ਕਰ ਰਹੇ ਸੀ? ਸਾਨੂੰ ਉਦੋਂ ਦਾ ਹੀ ਮੀਡੀਆ ਦੇ ਵਿੱਚ ਕੱਲੇ ਪੁਆਇੰਟ ਦਾ ਡਰਾਫਟ ਦੇਣਾ ਚਾਹੀਦਾ ਸੀ। ਹੁਣ ਤੱਕ ਇਹ ਕੱਲੇ ਬੰਦੇ ਨੂੰ 4 ਮਹੀਨਿਆਂ ਦੀ ਜੇ ਆਪਾਂ ਇਸ ਨੂੰ ਲੋਕਾਂ ਦੀ ਲਹਿਰ ਬਣਾ ਰਹੇ ਹਾਂ ਤਾਂ ਕੱਲੇ ਬਿੱਲ ਦਾ ਕੱਲਾ ਪੁਆਇੰਟ ਕਿਉਂ ਨਹੀਂ ਦੱਸਿਆ ਗਿਆ ਕਿ ਇਹ ਪੁਆਇੰਟਾਂ ਦੇ ਵਿੱਚ ਦਿੱਕਤ ਹੈਗੀ ਹੈ ਤੇ ਇਹ ਪੁਆਇੰਟਾਂ ਨੂੰ ਅਸੀਂ ਵਿਰੋਧ ਕਰਦੇ ਹਾਂ। ਦੂਸਰੀ ਚੀਜ਼ ਕੀ ਹੈ, ਇੱਕ ਚੀਜ਼ ਮੈਨੂੰ ਬੜੀ ਹੈਰਾਨੀਜਨਕ ਲੱਗ ਰਹੀ ਹੈ ਕਿ ਜਿਹੜਾ ਹੁਣ ਵੀ ਵਿਰੋਧ ਹੋ ਰਿਹਾ ਨਾ, ਉਹ ਵਿਰੋਧ ਵੀ ਜਿਹੜਾ ਮੈਨੂੰ ਦੇਖਣ ਨੂੰ ਮਿਲ ਰਿਹਾ ਉਹ ਬੜਾ ਲੌਜੀਕਲ ਜੋ ਤਰਕ ਹੈ ਆਪਦੇ ਹਿਸਾਬ ਨਾਲ ਦਿੱਤਾ ਜਾ ਰਿਹਾ, ਉਹ ਦਿੱਤਾ ਜਾ ਰਿਹਾ ਕਿ 2 ਸਾਲਾਂ ਨੂੰ ਕਿਸਾਨੀ ਖਤਮ ਹੋ ਜਾਏਗੀ। ਕਿ ਜੋ ਵਿਜ਼ਨ ਦਿੱਤਾ ਜਾ ਰਿਹਾ ਹੈ ਅੱਜ ਕਿ ਅਸੀਂ ਕਿਸਾਨ ਹਿਤੈਸ਼ੀ ਹੋ ਕੇ ਅੱਗੇ ਆ ਕੇ ਕੰਮ ਕਰ ਰਹੇ ਹਾਂ ਕਿ 2 ਸਾਲਾਂ ਨੂੰ ਤਾਂ ਜੀ ਸਭ ਕੁਝ ਖਤਮ ਹੋ ਜਾਊਗਾ, ਐਮਐਸਪੀ ਖਤਮ ਹੋ ਜਾਊ, ਮੰਡੀਆਂ ਟੁੱਟ ਜਾਣਗੀਆਂ, ਕਿਸਾਨ ਸੜਕਾਂ ਤੇ ਆ ਕੇ ਰੁਲ ਜਾਊਗਾ, ਕਾਰਪੋਰੇਟ ਆ ਕੇ ਕਬਜ਼ਾ ਕਰ ਲਊਗਾ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਜੇ ਇਸ ਨੂੰ ਤੁਸੀਂ ਐਕਸਪਲੇਨ ਕਰਨਾ ਤਾਂ ਲੌਜੀਕਲੀ ਐਕਸਪਲੇਨ ਕਰੋ, ਠੀਕ ਹੈ। ਦੂਸਰਾ ਜੀ ਆਪਣਾ ਵਿਜ਼ਨ ਇੰਨਾ ਹੀ ਚੰਗਾ ਹੈ, ਆਪਣਾ ਵਿਜ਼ਨ ਇੰਨਾ ਹੀ ਚੰਗਾ ਕਿ ਆਪਾਂ ਅਗਲੇ 2 ਸਾਲਾਂ ਨੂੰ ਦੇਖ ਲਿਆ ਤੇ ਜਿੰਨੀਆਂ ਵੀ ਜਥੇਬੰਦੀਆਂ, ਮੇਰਾ ਉਹਨਾਂ ਸਾਹਮਣੇ ਇੱਕ ਅਨੁਰੋਧ ਹੈ ਕਿ ਪਿਛਲੇ 30 ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ। ਹੁਣ ਇਹ 'ਚ ਮੈਂ ਪੁਆਇੰਟ ਕੁਐਸਚਨ ਬੇਸ ਕਰਦਾ ਹੈਗਾ ਕਿ 30 ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ। ਜੋ 30 ਸਾਲਾਂ ਦੇ ਵਿੱਚ ਕਰੋੜਾਂ ਨਹੀਂ ਅਰਬਾਂ ਰੁਪਈਆ ਜੋ ਗਵਰਨਮੈਂਟ ਸਕੀਮ ਦਾ ਹੈਗਾ ਉਹ ਵਾਪਸ ਚਲਾ ਗਿਆ, ਉਹ ਕਿਤੇ ਯੂਟਿਲਾਈਜ਼ ਨਹੀਂ ਹੋਇਆਗਾ, ਉਹ ਕਿੱਥੇ ਗਿਆ? ਉਸ ਦੇ ਲਈ ਤੁਸੀਂ ਕਿਉਂ ਨਹੀਂ ਅੜੇ? ਐਨੇ ਸਰਕਾਰੀ ਸੰਸਥਾਵਾਂ ਦੇ ਫੰਡ, ਐਨੀ ਸਬਸਿਡੀਆਂ, ਉਹ ਸਾਰਾ ਕੁਝ ਵਾਪਸ ਚਲਾ ਗਿਆ, ਉਹ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚਿਆ? ਹੁਣ ਇਹਦਾ ਮੈਂ ਤਰੀਕਾ ਵੀ ਦੱਸ ਦਿੰਦਾ ਹੈ। ਕਹਿਣਗੇ ਕਿ ਜਾਗਰੂਕਤਾ ਨਹੀਂ ਸੀਗੀ। ਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਇੰਨੇ ਐਜੂਕੇਟਡ ਨੇ, ਉਹ ਸੈਂਟਰ ਗਵਰਨਮੈਂਟ ਦੇ ਪ੍ਰਿੰਸੀਪਲ ਸੈਕਟਰੀਆਂ ਨਾਲ, ਪੀਐਮ ਮੋਦੀ ਨਾਲ ਜਾਂ ਜਿੰਨੇ ਵੀ ਕ੍ਰਿਸ਼ੀ ਮੰਤਰੀਆਂ ਨਾਲ ਡਿਸਕਸ ਕਰਨ ਨੂੰ ਤਿਆਰ ਹੈ, ਕਹਿੰਦੇ ਸਾਨੂੰ ਨਾ ਸਮਝਾਓ, ਅਸੀਂ ਬਹੁਤ ਸਮਝਦਾਰ ਹੈ। ਤਾਂ ਤੁਸੀਂ ਇੰਨੇ ਸਮਝਦਾਰ ਸੀ ਤਾਂ ਪਿਛਲੇ 30 ਸਾਲਾਂ 'ਚ ਤੁਸੀਂ ਕਿੰਨੇ ਕਿਸਾਨਾਂ ਦਾ ਫਾਇਦਾ ਕਰਾਤਾ? ਕਿਸ ਤਰ੍ਹਾਂ ਦਾ ਮਾਡਲ ਤੁਸੀਂ ਬਣਾਤਾ ਅੱਜ ਤੱਕ? ਮੈਨੂੰ ਇਸ ਚੀਜ਼ ਤੇ ਬੜਾ ਵੱਡਾ ਡਾਊਟ ਹੋ ਰਿਹਾ। ਫਿਰ ਤੁਸੀਂ ਕਿੰਨੇ ਆਨਲਾਈਨ ਪਲੇਟਫਾਰਮ ਡਿਵੈਲਪ ਕਰਤੇ ਕਿਸਾਨਾਂ ਦੇ ਲਈ, ਕਿੰਨੀਆਂ ਉਹਨਾਂ ਨੂੰ ਸਬਸਿਡੀਆਂ ਦਵਾਤੀਆਂ, ਕਿੰਨੇ ਉਹਨਾਂ ਦੇ ਫਾਇਦੇ ਕਰਵਾਤੇ, ਜਿਨ੍ਹਾਂ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ। ਤਾਂ 30 ਸਾਲਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਜਥੇਬੰਦੀ ਕਹਿੰਦੀ ਕਿ ਅਸੀਂ 25 ਸਾਲਾਂ ਤੋਂ ਸੰਘਰਸ਼ ਕਰਿਆ, ਵੀ 10 ਸਾਲਾਂ ਤੋਂ 20 ਸਾਲਾਂ ਤੋਂ। ਭਾਈ ਆਪਦਾ ਉਹ ਰਿਕਾਰਡ ਪੇਸ਼ ਕਰੇ, ਮੈਂ ਇੰਨੇ ਪ੍ਰੋਜੈਕਟ ਲਗਾਏ, ਮੈਂ ਇੰਨੀਆਂ ਐਕਸਪੋਰਟ ਵਾਲੀਆਂ ਖੇਤੀਆਂ ਕਰਾਤੀਆਂ, ਮੈਂ ਇੰਨਾ ਸੁਧਾਰ ਕਰਾਤਾ, ਇੰਨਾ ਕੁਝ ਕਰਤਾ, ਉਸ ਚੀਜ਼ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ ਹੈਗਾ। ਐਟ ਦ ਐਂਡ ਕੀ ਮੁੱਦਾ ਕੀ ਉੱਠ ਰਿਹਾ ਕਿ ਭਾਈ ਜੀ ਕਾਲੇ ਕਾਨੂੰਨ ਆ ਗਿਆ, ਦੇਸ਼ ਖਤਮ ਹੋ ਜਾਊਗਾ, ਕਿਸਾਨ ਖਤਮ ਹੋ ਜਾਊਗਾ, ਸਾਰਾ ਬਾਣੀਆਂ ਵਰਗ ਖਤਮ ਹੋ ਜਾਊਗਾ, ਤਾਂ ਇਸ ਨੂੰ ਰੱਦ ਕਰੋ। ਪਰ ਫਿਰ ਗੱਲ ਉੱਥੇ ਆ ਗਈ ਕਿ ਤੁਸੀਂ 30 ਸਾਲਾਂ ਤੋਂ, ਕਿਉਂਕਿ ਬਹੁਤ ਸਾਰੇ ਇੰਟਰਵਿਊ ਦੇ ਵਿੱਚ ਮੈਂ ਆਪ ਸੁਣਿਆ ਹੈਗਾ ਕਿ ਇਹ ਲੋਕ ਕਹਿ ਰਹੇ ਨੇ ਕਿ ਸਾਨੂੰ ਪਤਾ ਹੈ 2000 ਤੋਂ ਮੀਟਿੰਗਾਂ ਚੱਲ ਰਹੀਆਂ, 1992 ਦੇ ਜੋ ਇੰਟਰਨੈਸ਼ਨਲ ਸਮਝੌਤਿਆਂ ਦੀ ਗੱਲ ਵੀ ਆ ਰਹੀ ਹੈ ਕਿ ਉਹ ਸਾਰਾ ਹੋਣਾ ਤੇ ਆਪਾਂ ਨੂੰ ਖੇਤੀ ਨੂੰ ਚੇਂਜ ਕਰਨਾ ਪਊਗਾ, ਤੇ ਉਹਦੇ ਲਈ ਆਪਾਂ ਕੀ ਕੀਤਾ? ਉਸ ਮੁੱਦੇ ਤੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਹੁਣ ਮੁੱਦੇ ਹੋਰ ਬਦਲਦੇ ਜਾ ਰਹੇ, ਜਿੰਨੀਆਂ ਗਵਰਨਮੈਂਟ ਦੀਆਂ ਫੰਡਿੰਗ ਸੀ, ਸਕੀਮ ਸੀ, ਉਹ ਆ ਕੇ ਚਲੀਆਂ ਗਈਆਂ। ਤੀਜੀ ਗੱਲ ਕੀ ਹੈ ਕਿ ਜਿੰਨੇ ਜਥੇਬੰਦੀਆਂ, ਮੈਂ ਇਹਨਾਂ ਦਾ ਹਜੇ ਤੱਕ ਕੋਈ ਆਨਲਾਈਨ ਪਲੇਟਫਾਰਮ ਨਹੀਂ ਦੇਖ ਪਾਇਆਗਾ। ਜਿੰਨਾ ਵੀ ਇਹ ਕੰਮ ਹੋ ਰਿਹਾ ਸਾਰਾ ਆਫਲਾਈਨ ਕਿਉਂ ਹੋ ਰਿਹਾ? ਤੁਸੀਂ ਪਿਛਲੇ 30 ਸਾਲਾਂ ਦੇ ਵਿੱਚ ਸਾਰੇ ਇੰਨੇ ਐਜੂਕੇਟਡ ਹੋ, ਕੋਈ ਆਨਲਾਈਨ ਪਲੇਟਫਾਰਮ ਕਿਉਂ ਨਹੀਂ ਡਿਵੈਲਪ ਕੀਤਾ? ਲੋਕਾਂ ਨੂੰ ਆਪਦੇ ਨਾਲ ਕਿਉਂ ਨਹੀਂ ਜੋੜਿਆਗਾ? ਕੋਈ ਕੰਮ ਕਿਉਂ ਨਹੀਂ ਕੀਤਾਗਾ? ਕਿਸੇ ਵੀ ਤਰ੍ਹਾਂ ਦਾ ਬਦਲਾਅ ਕਿਉਂ ਨਹੀਂ ਲੈ ਕੇ ਆਂਦਾਗਾ? ਹੁਣ ਜਿਹੜਾ ਮੇਰਾ ਸਭ ਤੋਂ ਵੱਡਾ ਪ੍ਰਸ਼ਨ ਹੈ ਇਸ ਟਾਈਮ ਉੱਠ ਰਿਹਾ ਹੈਗਾ, ਉਹ ਇਹ ਉੱਠ ਰਿਹਾ ਹੈਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਫੰਡਿੰਗ ਇਕੱਠੀ ਹੋ ਰਹੀ ਹੈ,
ਹਰ ਪਿੰਡ ਦੇ ਵਿੱਚੋਂ ਫੰਡਿੰਗ ਇਕੱਠੀ ਹੋ ਰਹੀ ਹੈ ਕਿ ਇਸ ਕਿਸਾਨ ਅੰਦੋਲਨ ਵਾਸਤੇ ਤੁਸੀਂ ਫੰਡਿੰਗ ਦਿਓ। ਹਰੇਕ ਘਰ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਉੱਥੇ ਜਾ ਰਹੇ ਨੇ ਤੇ ਇਸ ਦਾ ਵੀ ਕੋਈ ਆਨਲਾਈਨ ਪਲੇਟਫਾਰਮ ਜਾਂ ਪਾਰਟਿਕੂਲਰ ਕੋਈ ਮੇਨਟੇਨਡ ਨਹੀਂ ਹੈ ਕਿ ਕਿੱਥੇ ਕਿੰਨੇ ਨੰਬਰ ਰਸੀਦਾਂ ਅਸੀਂ ਛਾਪ ਦਿੱਤੀਆਂ, ਕਿਹੜੀ ਫੰਡਿੰਗ ਅਸੀਂ ਕਿੱਥੋਂ ਕਿੰਨੀ ਆਈ ਤੇ ਉਹਦਾ ਯੂਟਿਲਾਈਜੇਸ਼ਨ ਕਿੱਥੇ ਹੋ ਰਿਹਾ। ਮੈਂ ਤਾਂ ਇਹ ਵੀ ਨਹੀਂ ਦੇਖਿਆ ਹਜੇ ਤੱਕ ਕਿਸੇ ਕਿਸਾਨ ਜਥੇਬੰਦੀ ਦਾ ਆਨਲਾਈਨ ਉਹਨਾਂ ਨੇ ਕਿੰਨਾ ਕੰਮ ਕੀਤਾ, ਉਹਨਾਂ ਦੀ ਵੈਬਸਾਈਟ ਮੇਨਟੇਨ ਨਹੀਂ, ਉਹਨਾਂ ਦੇ ਪੇਜ ਮੇਨਟੇਨ ਨਹੀਂ, ਉਹਨਾਂ ਕੋਲੇ ਕੁਝ ਵੀ ਨਹੀਂਗਾ ਕਿ ਉਹਨਾਂ ਨੇ ਕਿੰਨੀਆਂ ਰਿਟਰਨਾਂ ਭਰੀਆਂ, ਕਿੰਨਾ ਉਹ ਕੰਮ ਕਰ ਰਹੀਆਂ ਨੇ। ਜੇ ਉਹ ਸਾਰੀਆਂ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਨੇ ਤਾਂ ਪਿਛਲੇ 30 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨੇ ਪ੍ਰੋਜੈਕਟ ਕਰ ਲਏ। ਜਿੰਨਾ ਜ਼ੋਰ ਇਸ ਬਿੱਲਾਂ ਦੇ ਖਿਲਾਫ ਉਹਨਾਂ ਨੇ ਲਗਾਤਾ, ਮੈਂ ਕਹਿਣਾ ਇਸ ਦਾ 30% ਵੀ 20% ਵੀ ਸਿਰਫ ਇੱਕ ਜ਼ਿਲ੍ਹੇ ਦੇ ਵਿੱਚ ਲੱਗ ਜੇ ਕਿ ਜਿਹੜਾ ਵੀ ਉੱਥੇ ਫੰਡਿੰਗ ਆਊਗੀ, ਕੋਈ ਸਕੀਮ ਆਊਗੀ, ਉੱਥੇ ਅਸੀਂ ਇੱਕ ਮਾਡਲ ਬਣਾਵਾਂਗੇ ਤੇ ਉਸ ਤੇ ਕੰਮ ਕਿਉਂ ਨਹੀਂ ਹੁੰਦਾਗਾ, ਉਹ ਨਹੀਂ ਕੀਤਾ ਗਿਆ। ਫਿਰ ਉਸ ਤੋਂ ਬਾਅਦ ਹੁਣ ਗੱਲ ਕਰਦਾ, ਠੀਕ ਹੈ ਅੰਦੋਲਨ ਕੀਤਾ, ਤੁਹਾਨੂੰ ਨਹੀਂ ਅੱਛਾ ਲੱਗਿਆ ਜਾਂ ਇਹ ਵੀ ਕਹ ਲਓ ਕਿ ਸਰਕਾਰ ਇਸ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨ ਦੇ ਵਿੱਚ ਵਿਫਲ ਰਹੀ ਜਾਂ ਹੋ ਸਕਦਾ ਇਸ ਤੁਹਾਡੇ ਵਿਜ਼ਨ ਦੇ ਅਕੋਰਡਿੰਗ ਗਲਤੀਆਂ ਹੋਣ, ਠੀਕ ਹੈ। ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਹਜੇ ਤੱਕ ਤੁਹਾਡੇ ਕੋਲ ਡਰਾਫਟ ਕਿਉਂ ਨਹੀਂ ਰੈਡੀ। ਜਿਸ ਤਰ੍ਹਾਂ ਨਾਲ ਤੁਸੀਂ 30 ਸਾਲਾਂ ਤੋਂ ਸੰਘਰਸ਼ ਕਰ ਰਹੇ ਹੋ, ਤੁਹਾਡੇ ਕੋਲ ਤਾਂ ਐਡੇ ਤਗੜੇ ਡਰਾਫਟ ਹੋਣੇ ਚਾਹੀਦੇ ਆ, ਇੰਨੀਆਂ ਤਗੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਕਿ ਭਾਈ ਸਾਹਿਬ ਇਸ ਸਨ ਦੇ ਵਿੱਚ ਤੁਹਾਡੀ ਇਹ ਸਕੀਮ ਆਈ ਸੀਗੀ, ਉਹਦਾ ਯੂਟਿਲਾਈਜੇਸ਼ਨ ਨਹੀਂ ਹੋਇਆ, ਉਹ ਫੰਡ ਇਸ ਤਰੀਕੇ ਨਾਲ ਫਰਾਡ ਹੋ ਗਿਆ। ਉਸ ਤਰੀਕੇ ਦੇ ਵਿੱਚ ਹੁਣ ਨੂੰ ਤੁਸੀਂ 4 ਮਹੀਨਿਆਂ ਦੇ ਵਿੱਚ RTI ਪਾ ਕੇ ਮਗਰਲੇ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 500 ਤੋਂ 1000 ਅਧਿਕਾਰੀਆਂ ਨੂੰ ਬਰਖਾਸਤ ਕਰਾ ਸਕਦੇ ਸੀ, ਉਹਨਾਂ ਨੂੰ ਜੁਰਮਾਨੇ ਪਵਾ ਸਕਦੇ ਸੀਗੇ ਜਿਹੜੇ ਇੱਥੋਂ ਘਪਲੇ ਕਰਕੇ ਨਿਕਲ ਗਏ ਐਗਰੀਕਲਚਰ ਦੇ ਵਿੱਚ। ਉਸ ਤੇ ਕਿਸੇ ਨੇ ਕਿਉਂ ਨਹੀਂ ਕੰਮ ਕੀਤਾ। ਸਾਰਿਆਂ ਨੂੰ ਅੱਜ ਇੱਕੋ ਹੀ ਚੀਜ਼ ਦਿਖ ਰਹੀ ਹੈ ਕਿ ਇਹ ਕਾਨੂੰਨ ਆ ਗਏ ਤਾਂ ਅੱਜ ਤੋਂ 2 ਸਾਲਾਂ ਬਾਅਦ ਖਤਮ ਹੋ ਜਾਊਗਾ। 2 ਸਾਲਾਂ ਦਾ ਵਿਜ਼ਨ ਦਿਸ ਗਿਆ, ਮਗਰਲੇ 30 ਸਾਲਾਂ ਦਾ ਸਾਡਾ ਕੀ ਵਿਜ਼ਨ ਹੈ, ਮਗਰਲੇ 30 ਸਾਲਾਂ 'ਚ ਅਸੀਂ ਕੀ ਕੀਤਾ, ਉਸ ਦੇ ਬਾਰੇ ਕੋਈ ਗੱਲ ਨਹੀਂ ਹੋ ਰਹੀ। ਤਾਂ ਮੈਨੂੰ ਇਹ ਕਹਿੰਦੇ ਹੋਏ ਕੋਈ ਇੰਨਾ ਯਾਨੀ ਕਿ ਗਰਵ ਨਹੀਂ ਮਹਿਸੂਸ ਹੋ ਰਿਹਾ ਕਿ ਅਸੀਂ ਉੱਥੇ ਜਾ ਕੇ ਬੈਠੇ ਹਾਂ, ਲੜ ਰਹੇ ਹਾਂ। ਇਹ ਸਿੱਧੀ ਗੱਲ ਹੈਗੀ ਕਿ ਅਸੀਂ 30 ਸਾਲਾਂ 'ਚ ਕੁਝ ਨਹੀਂ ਕੀਤਾਗਾ। ਫਿਰ ਮੈਂ ਗੱਲ ਕਰਨਾ ਚਾਹੁੰਦਾ, ਪੰਜਾਬ ਫਿਰ ਵੀ ਬਹੁਤ ਅਮੀਰ ਸਟੇਟ ਹੈ। ਜਿੰਨੀ ਪੰਜਾਬ ਕੋਲੇ ਲੈਂਡ ਹੈ 2% ਵੀ ਨਹੀਂ ਹੋਣੀ ਭਾਰਤ ਦੀ, ਉਪਜਾਊ ਹੈ, ਠੀਕ ਹੈ, ਅੱਛੀ ਗੱਲ ਹੈ। 12-13% 14% ਪ੍ਰੋਡਕਸ਼ਨ ਕਰ ਰਿਹਾ ਹੈਗਾ, ਬਹੁਤ ਵੱਡਾ ਯੋਗਦਾਨ ਦੇ ਰਿਹਾ ਹੈ। ਇੱਥੇ ਤੁਹਾਡੀਆਂ ਜਥੇਬੰਦੀਆਂ ਦੇ ਸਾਧਨ ਉੱਥੇ ਜਾ ਕੇ ਦੇਖ ਰਹੇ ਆ, ਪੰਜਾਬ ਦੇ ਵਿੱਚ 5 ਲੱਖ ਤੋਂ ਉੱਤੇ ਟਰੈਕਟਰ ਹੈ, ਇੰਨੇ ਛੋਟੇ ਸੂਬੇ ਦੇ ਵਿੱਚ, ਕਿਸੇ ਹੋਰ ਸਟੇਟ ਦੇ ਵਿੱਚ ਕਿਉਂ ਨਹੀਂਗਾ। ਇੱਥੇ ਇੰਨਾ ਜ਼ਿਆਦਾ ਫੰਡਿੰਗ ਹੈ। ਫਿਰ ਆਪਾਂ ਗੱਲ ਕਰਦੇ ਹਾਂ ਹੁਣ ਇੱਕ ਨਵਾਂ ਲੌਜਿਕ ਜੋ ਮੈਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜੇ ਜੋ ਆੜਤੀ ਹੈ ਨਾ ਉਹ ਕਿਸਾਨ ਲਈ ਬਹੁਤ ਜ਼ਰੂਰੀ ਹੈ। ਜੇ ਕੱਲ ਨੂੰ ਐਮਰਜੈਂਸੀ ਲੋੜ ਪੈ ਜਾਏ ਤਾਂ ਆੜਤੀ ਤੋਂ ਬਿਨਾਂ ਸਾਡਾ ਕੀ ਗੁਜ਼ਾਰਾ ਹੈ। ਜੋ ਸਰਕਾਰ ਨੇ ਆਪਾਂ ਨੂੰ ਲਿਮਿਟ ਦੀ ਫੈਸਿਲਿਟੀ ਦਿੱਤੀ ਹੈ, ਪਰ ਏਕੜ ਮੈਨੂੰ ਲੱਗਦਾ 70,000 ਤੋਂ ਲੱਖ ਰੁਪਇਆ ਮਿਲਦਾ ਹੈ ਕਿ ਤੁਸੀਂ 6 ਮੰਥ ਬਾਅਦ ਰੋਟੇਸ਼ਨ ਕਰਕੇ ਉਸ ਨੂੰ ਯੂਟਿਲਾਈਜ਼ ਕਰ ਸਕਦੇ ਹੋ। ਉਹ ਸਾਰੇ ਦਾ ਸਾਰਾ ਤਾਪਾ ਲਗਾ ਲਿਆ ਆਪਦੇ ਘਰ ਪਾਉਣ 'ਚ, ਆਪਦੀਆਂ ਗੱਡੀਆਂ ਲਿਆਉਣ 'ਚ, ਆਪਦੇ ਸ਼ੌਂਕ ਪੂਰੇ ਕਰਨ ਦੇ ਵਿੱਚ, ਆਪਦੇ ਬੱਚਿਆਂ ਨੂੰ ਬਾਹਰ ਭੇਜਣ ਦੇ ਵਿੱਚ। ਜੋ 92,000 ਕਰੋੜ ਜਾਂ 1 ਲੱਖ ਕਰੋੜ ਤੋਂ ਪਲੱਸ ਜਿਹੜਾ ਆਪਣੇ ਤੇ ਕਰਜ਼ਾ ਚੜਿਆ ਹੋਇਆ ਹੈ, ਉਹ ਕਿਸ ਚੀਜ਼ ਦਾ ਹੈ? ਉਹ ਸਾਰਾ ਲਿਮਟਾਂ ਦਾ ਤਾਂ ਹੈ। ਉਸ ਨੂੰ ਖੇਤੀ ਲਈ ਤਾਂ ਆਪਾਂ ਯੂਟਿਲਾਈਜ਼ ਨਹੀਂ ਕੀਤਾ, ਬਾਕੀ ਰੋਟੇਸ਼ਨ ਆਪਣੀ ਆੜਤ ਤੇ ਉਸ ਤੋਂ ਚੱਲ ਰਹੀ ਹੈਗੀ। ਤਾਂ ਉਹ ਵੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ, ਉਹ ਕਿਸ ਦਿਨ ਅਲੱਗ ਤੋਂ ਉਸ ਮੁੱਦੇ ਤੇ ਡਿਸਕਸ ਕਰਾਂਗੇ। ਤਾਂ ਇਹ ਕਹਿ ਜਾਂਦਾ ਕਿ ਕਾਰਪੋਰੇਟ ਪੈਸਾ ਕਿੱਥੋਂ ਦਊਗਾ, ਇਹ ਚੀਜ਼ਾਂ ਕਿਵੇਂ ਹੋਣਗੀਆਂ। ਇਹ ਸਭ ਕੁਝ ਪੋਸੀਬਲ ਹੈ, ਪਰ ਗੱਲ ਹੈ ਕਿ ਲੌਜੀਕਲੀ ਆਪਾਂ ਕੁਝ ਨਹੀਂ ਕੀਤਾ। ਹੁਣ ਇੱਕ ਰਾਜਨੀਤੀ ਕਰਨ ਦਾ ਮੌਕਾ ਮਿਲ ਗਿਆ। ਮੈਂ ਅੱਜ ਵੀ ਅਨੁਰੋਧ ਕਰਦਾ ਕਿ ਸਾਰੇ ਆਪਦਾ 30 ਸਾਲਾਂ ਦਾ, 10 ਸਾਲਾਂ ਦਾ, 20 ਸਾਲਾਂ ਦਾ ਇਤਿਹਾਸ ਕੱਢ ਕੇ ਦਿਖਾਉਣ ਕਿ ਅਸੀਂ ਇੰਨਾ ਕੰਮ ਕੀਤਾ ਸੀ, ਇੰਨਾ ਅਸੀਂ ਬਦਲਾਵ ਲਿਆਤਾ, ਫਿਰ ਅਸੀਂ ਸਾਰੇ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਹਾਂ। ਪਰ ਹੁਣ ਇਸ ਤੇ ਗੰਦੀ ਰਾਜਨੀਤੀ ਨਾ ਕੀਤੀ ਜਾਵੇ, ਲੋਕਾਂ ਨੂੰ ਭੜਕਾਇਆ ਨਾ ਜਾਵੇ, 2 ਸਾਲਾਂ ਦਾ ਅੱਗੇ ਦਾ ਲਾਸ ਦਿਖਾ ਕੇ ਉਹਨਾਂ ਨੂੰ ਗਲਤ ਰਸਤੇ ਨਾ ਭੇਜਿਆ ਜਾਵੇ। ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਘਾਣ ਹੋ ਚੁੱਕਿਆ ਹੈ, ਚਾਹੇ ਆਪਾਂ ਗੱਲ ਕਰੀਏ ਸੰਗੀਤ ਦੇ ਰਾਹੀਂ, ਹੋਰ ਮੁੱਦਿਆਂ ਦੇ ਰਾਹੀਂ ਨੌਜਵਾਨਾਂ ਨੂੰ ਗਲਤ ਦਿਸ਼ਾ ਦਿੱਤੀ ਗਈ। ਤੇ ਹੁਣ ਜੋ ਮੈਂ ਇੱਕ ਬੜੇ ਦਾਅਵੇ ਨਾਲ ਕਹਿਣਾ ਹੈ ਕਿ ਵੱਡੇ ਲੋਕਾਂ ਨੂੰ ਵੀ ਗਲਤ ਦਿਸ਼ਾ ਦਿੱਤੀ ਜਾ ਰਹੀ ਹੈ, ਗਲਤ ਤਰੀਕੇ ਨਾਲ ਭੜਕਾਇਆ ਜਾ ਰਿਹਾ ਹੈ। ਤੇ ਜੇ ਇੰਨਾ ਹੀ ਆਪਾਂ ਇੰਟੈਲੀਜੈਂਟ ਹੈ, ਇੰਨੇ ਆਪਾਂ ਪੜ੍ਹੇ ਲਿਖੇ ਆ, ਆਪਾਂ ਨੂੰ ਸਮਝਣ ਦੀ ਜ਼ਰੂਰਤ ਨਹੀਂ ਸੈਂਟਰ ਗਵਰਨਮੈਂਟ ਦੇ ਬਿੱਲਾਂ ਨੂੰ, ਤਾਂ ਹੁਣ ਤੱਕ ਤਾਂ ਆਪਾਂ ਨੂੰ ਉਹਨਾਂ ਨਾਲ ਗੱਲ ਨਹੀਂ ਹੋਣੀ ਚਾਹੀਦੀ ਸੀ। ਪਹਿਲੀ ਦੂਜੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਆਪਣੇ ਕੋਲ ਡਰਾਫਟ ਬਾਈ ਡਰਾਫਟ ਪੁਆਇੰਟ ਦੱਸਿਆ ਹੋਣਾ ਚਾਹੀਦਾ ਸੀਗਾ, ਭਾਈ ਇਹਦੇ ਵਿੱਚ ਆਹ ਗਲਤੀ, ਇਹਦੇ ਵਿੱਚ ਆਹ ਗਲਤੀ ਹੈ, ਇਹਨੂੰ ਕੱਟ ਦਿਓ, ਇਹਨੂੰ ਬਦਲ ਦਿਓ, ਇਹਦੇ ਵਿੱਚ ਆਹ ਸੁਧਾਰ ਹੋ ਜੇ। 4 ਮਹੀਨੇ 'ਚ ਆਪਾਂ ਕੀਤਾ ਕੀ? ਇੱਕ ਵੀ ਮੀਡੀਆ ਡਰਾਫਟ ਨਹੀਂ ਰਿਲੀਜ਼ ਕੀਤਾ ਆਪਾਂ। ਤੇ ਹੁਣ ਉੱਥੇ ਜਾ ਕੇ ਆਪਾਂ ਕਹਿ ਰਹੇ ਹਾਂ ਕਿ ਇਹਨਾਂ ਨੂੰ ਵਾਪਸ ਕਰੋ, ਤੇ ਸਡਨਲੀ ਕਿਵੇਂ ਵਾਪਸ ਹੋ ਜਾਣਗੇ ਉਹ? ਤਾਂ ਲੌਜੀਕਲ ਗੱਲਾਂ ਕਰੋ। ਸੰਵਿਧਾਨਿਕ ਤੌਰ ਤੇ ਬਣੀ ਹੋਈ ਚੀਜ਼ ਨੂੰ ਸੰਵਿਧਾਨਿਕ ਤੌਰ ਤਰੀਕੇ ਨਾਲ ਹੀ ਚੈਲੰਜ ਕਰਨਾ ਪਊਗਾ, ਤੇ ਉਸ ਦੇ ਲਈ ਆਪਾਂ ਰੈਡੀ ਨਹੀਂ, ਕਿਉਂਕਿ ਆਪਾਂ ਕੰਮ ਨਹੀਂ ਕਰ ਰਹੇ, ਆਪਾਂ ਰਾਜਨੀਤੀ ਕਰ ਰਹੇ ਹਾਂ। ਤੇ ਮੈਨੂੰ ਬੜਾ ਦੁੱਖ ਇਸ ਦੇ ਵਿੱਚ ਹੋ ਰਿਹਾ ਕਿ ਇੰਨੇ ਬਜ਼ੁਰਗ ਲੋਕ ਉੱਥੇ ਜਾ ਕੇ ਬੈਠੇ ਨੇ, ਤੇ ਇਹ ਬਹੁਤ ਵੱਡੀ ਜੋ ਰਾਜਨੀਤੀ ਹੋ ਰਹੀ ਹੈ। ਕਿਸਾਨ ਭਰਾਵਾਂ ਨੂੰ ਮੈਂ ਫਿਰ ਬੇਨਤੀ ਕਰਦਾ, ਇਸ ਨੂੰ ਪੜ੍ਹੋ, ਇਸ ਨੂੰ ਸਮਝੋ, ਤੇ ਪ੍ਰਸ਼ਨ ਪੁੱਛੋ ਕਿ 30 ਸਾਲਾਂ ਦੇ ਵਿੱਚ ਤੁਹਾਡੇ ਲਈ ਕਿਹਨੇ ਕੀ ਕੀਤਾ, ਚਾਹੇ ਉਹ ਪੋਲੀਟੀਕਲ ਬੰਦੇ ਨੇ, ਚਾਹੇ ਉਹ ਜਥੇਬੰਦੀਆਂ ਨੇ, ਜਾਂ ਹੋਰ ਵੀ ਜੋ ਸਮਾਜ ਸੇਵਕ ਲੋਕ ਆ ਰਹੇ ਨੇ ਕਿ ਅਸੀਂ ਤੁਹਾਡੇ ਹਿਤੈਸ਼ੀ ਹਾਂ, ਤਾਂ 30 ਸਾਲਾਂ ਵਿੱਚ ਤੁਹਾਨੂੰ ਦਿੱਤਾ ਕੀ, ਇਹ ਮੈਨੂੰ ਦੱਸਿਆ ਜਾਵੇ ਪਹਿਲਾਂ। ਤਾਂ ਇਸ ਦੇ ਨਾਲ ਮੈਂ ਕਹਿਣਾ ਕਿ ਸਾਰੇ ਇਸ ਨੂੰ ਪੜ੍ਹਨ, ਧਿਆਨ ਦੇਣ, ਤੇ ਉਹਨਾਂ ਨੂੰ ਇਸ ਚੀਜ਼ ਦਾ ਸਮਝ ਆਵੇ। ਬਹੁਤ ਬਹੁਤ ਧੰਨਵਾਦ।